ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ 5 ਸਵਾਲ ਸੋਲਵ ਕਰਾਂਗੇ ਫਰੋਮ ਪੰਜਾਬ ਕਰੰਟ ਅਫੇਅਰਸ ਫॉर ਪੰਜਾਬ ਪੀਸੀਐਸ ਪ੍ਰੀਲਿਮਸ। ਜਿਵੇਂ ਜਿਵੇਂ ਪੀਸੀਐਸ ਦਾ ਪ੍ਰੀਲਿਮਸ ਨੇੜੇ ਆ ਰਿਹਾ ਹੈ, the focus should shift from content curation to revision and testing। ज़्यादा तो ज़्यादा MCQs ਨੂੰ ਪ੍ਰੈਕਟਿਸ ਕਰੋ because that will help you in checking your retention। ਤੁਸੀਂ ਕਿੰਨਾ ਰਿਟੇਨ ਕਰ ਪਾ ਰਹੇ ਹੋ, ਤੁਸੀਂ ਨੌਲੇਜ ਨੂੰ ਅਪਲਾਈ ਵੀ ਕਰ ਪਾ ਰਹੇ ਹੋ ਜਾਂ ਨਹੀਂ, ਫੈਕਟਸ ਤੁਹਾਨੂੰ ਈਜ਼ੀਲੀ ਯਾਦ ਵੀ ਰਹਿ ਰਹੇ ਹੈ ਜਾਂ ਨਹੀਂ, ਲਿੰਕੇजेस ਬਣਾ ਪਾ ਰਹੇ ਹੋ ਜਾਂ ਨਹੀਂ। ਸੋ practice of the MCQs and solving test, doing all of this in 2 hours is very important and last month should be dedicated for that। ਤੁਸੀਂ test solve ਕਰੋ, questions practice ਕਰੋ। ਜੇ ਤੁਹਾਨੂੰ ਕੋਈ topic ਲੱਗਦਾ ਹੈ ਕਿ ਮੇਰਾ ਇਹ ਚੰਗੀ ਤਰ੍ਹਾਂ prepared ਨਹੀਂ ਹੈ, ਉਹਨੂੰ revisit ਕਰੋ, right? So that should be the strategy। and we also have our test series 22,000 which we have 22 test, 12 GS ਦੇ ਤੇ 10 CSAT ਦੇ। ਤੁਸੀਂ sleepy classes ਦੀ ਕਰੋ, ਕਿਸੇ ਹੋਰ institute ਦੀ ਕਰੋ। sleepy classes because we have ourselves curated these tests, so we know the quality at in line with the PPSC standards, but you can join it from anywhere, right? ਬਟ ਦ ਬੋਟਮ ਲਾਈਨ ਇਜ਼ ਕਿ ਲਾਸਟ ਦੇ ਇਹਨਾਂ ਦਿਨਾਂ ਵਿੱਚ ਜੇ ਤੁਸੀਂ ਟੈਸਟ ਨਹੀਂ ਸੋਲਵ ਕਰ ਰਹੇ ਦੈਨ ਯੂ ਆਰ ਡੂਇੰਗ ਯੋਰਸੈਲਫ ਅ ਡਿਸਸਰਵਿਸ। ਉਹ ਨਾ ਕਰੋ। ਜੇ ਇੰਨੀ ਦੂਰ ਤੱਕ ਆਏ ਹੋ ਤੇ ਮੇਕ ਦ ਮੋਸਟ ਆਫ ਦਿਸ ਲਾਸਟ ਮੰਥ ਆਲਸੋ। ਨਾਓ ਵੀ ਆਲਸੋ ਹੈਵ ਅ ਕ੍ਰੈਸ਼ ਕੋਰਸ, ਬਟ ਆਈ ਵੁਡਨਟ ਰეკਮੈਂਡ ਕ੍ਰੈਸ਼ ਕੋਰਸ ਬਿਕੋਜ਼ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਤੇ ਕ੍ਰੈਸ਼ ਕੋਰਸ ਓਵਰਵੈਲਮਿੰਗ ਹੋ ਜਾਏਗਾ। ਹਾਂ, ਬਟ ਜੇ ਤੁਸੀਂ ਰਿਵਾਈਜ਼ ਕਰਨਾ ਚਾਹੁੰਦੇ ਹੋ then we have a rapid revision course, that is a very good course for the last month। ਅਸੀਂ ਸ਼ੁਰੂ ਵੀ ਉਹਨੂੰ ਉਸੇ ਹਿਸਾਬ ਨਾਲ ਕੀਤਾ ਸੀ, but then the paper got postponed, but you can make the most of it, most of that course right now। Here, coming to the questions, the first question is regarding pink stem borer pest। insect है एक, कीड़ा है एक, जो impact करता है paddy wheat ਨੂੰ in ਪੰਜਾਬ। ਨਿਊਜ਼ ਵਿੱਚ ਵੀ ਹੈਗਾ, ਹਰ ਸਾਲ ਨਿਊਜ਼ ਵਿੱਚ ਹੁੰਦਾ ਹੈ ਡਿਊਰਿੰਗ ਦਿਸ ਟਾਈਮ ਜਦ ਪੈਡੀ ਦੀ ਹਾਰਵੈਸਟਿੰਗ ਹੋ ਰਹੀ ਹੁੰਦੀ ਹੈ ਤੇ ਵੀਟ ਦੀ ਸੋਇੰਗ ਹੋ ਰਹੀ ਹੁੰਦੀ ਹੈ, ਦੋਨਾਂ ਨੂੰ ਇੰਪੈਕਟ ਕਰਦਾ ਹੈ। ਇਸੇ ਲਈ ਇਸ ਟਾਈਮ ਦੇ ਅਰਾਊਂਡ ਇਟ ਇਜ਼ ਇਨ ਨਿਊਜ਼। ਕੁਐਸਚਨ ਹੈਗਾ ਕਿ ਕਿਹੜੇ ਇਨਵਾਇਰਮੈਂਟਲ ਕੰਡੀਸ਼ਨਸ ਫੇਵਰ ਕਰਦੇ ਨੇ ਇਹਦਾ ਆਊਟਬ੍ਰੇਕ। ਕੂਲ ਐਂਡ ਡਰਾਈ ਵਿੰਟਰ, ਹੈਵੀ ਰੇਨ ਫੋਲੋਡ ਬਾय ਹਾਈ ਹਿਊਮਿਡਿਟੀ, ਕੰਟੀਨਿਊਸ ਡਰਾਟ ਕੰਡੀਸ਼ਨਸ, low humidity with strong wind। Now the correct answer is heavy rainfall followed by high humidity। जब ना soil ਦੇ ਅੰਦਰ moisture ਹੋਏ ਤੇ ਹਵਾ ਵਿੱਚ ਵੀ ਨਮੀ ਹੋਏ, so high humidity which is obviously caused by rainfall and high soil moisture, ਇਹ ਦੋ ਕੰਡੀਸ਼ਨਸ ਪ੍ਰਮੋਟ ਕਰਦੇ ਨੇ ਇਸ ਇਨਸੈਕਟ ਦੇ ਆਊਟਬ੍ਰੇਕ ਨੂੰ, ਜੋ ਕਿ ਰਾਈਸ ਨੂੰ ਵੀ ਇੰਪੈਕਟ ਕਰਦਾ ਹੈ ਤੇ ਵੀਟ ਨੂੰ ਵੀ ਇੰਪੈਕਟ ਕਰਦਾ ਹੈ ਬਿਕੋਜ਼ ਇਟ ਸਟੇਜ਼ ਇਨ ਦ ਸੋਇਲ। ਇਸੇ ਕਰਕੇ ਨਾ ਕਈ ਫਾਰਮਰਸ ਇਹ ਵੀ ਕਹਿੰਦੇ ਆ ਕਿ ਸਟਬਲ ਬਰਨਿੰਗ ਇਜ਼ ਟੂ ਬੀ ਪ੍ਰੈਕਟਿਸ ਬਿਕੋਜ਼ ਦੈਟ ਹੈਲਪਸ ਟੂ ਗੈਟ ਰਿਡ ਆਫ ਦਿਸ ਪੈਸਟ ਔਰ ਇਨਸੈਕਟ। ਬਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹਿਸਾਬ ਨਾਲ ਸਟਬਲ ਬਰਨਿੰਗ ਕਰੋ ਨਾ ਕਰੋ, ਤੁਸੀਂ ਹੈਪੀ ਸੀਡਰ ਯੂਜ਼ ਕਰੋ। The thing which increases the outbreak of this insect is basically high moisture in the air and in the soil। So if there is no moisture, ਜਿਵੇਂ ਜਿਵੇਂ ਹੁਣ ਬਾਰਿਸ਼ਾਂ ਤੋਂ ਅਸੀਂ ਦੂਰ ਜਾਵਾਂਗੇ, dry cool winters ਆਣਗੀਆਂ, it will automatically decrease, the insect will automatically decrease। So ਆਪਾਂ ਨੂੰ sowing ਇਸ ਹਿਸਾਬ ਨਾਲ ਕਰਨੀ ਹੈ ਕਿ soil ਵਿੱਚ moisture ਘੱਟ ਹੋਏ, soil moisture management properly ਕਰਨੀ ਹੈ, according to weather conditions ਕਰਨੀ ਹੈ, ਤੇ wheat ਵਿੱਚ ਇਹ ਨਹੀਂ ਆਏਗਾ। It has nothing to do with stubble burning। Okay। Next question is regarding the celebration of martyrdom of Guru Tegh Bahadur ji। basically ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹੋਏ ਪੰਜਾਬ ਕੈਬਨਿਟ ਨੇ ਕੁਝ ਹਿਦਾਇਤਾਂ ਦਿੱਤੀਆਂ ਸੀਗੀਆਂ ਰੀਸੈਂਟਲੀ, ਉਹਦੇ ਬਾਰੇ ਕੁਐਸਚਨ ਹੈ। 3 ਸਟੇਟਮੈਂਟਸ ਨੇ ਇਨਕਰੈਕਟ ਆਪਾਂ ਦੱਸਣੀਆਂ ਨੇ। ਹੁਣ ਇਸ ਕੁਐਸਚਨ ਦੀ ਫਾਰਮੇਸ਼ਨ ਤੋਂ ਨਾ ਤੁਸੀਂ ਇੱਕ ਚੀਜ਼ ਗੈਸ ਕਰ ਸਕਦੇ ਹੋ ਕਿ ਮਿਨੀਮਮ 2 ਸਟੇਟਮੈਂਟਸ ਇਨਕਰੈਕਟ ਨੇ, ਜਾਂ ਤਾਂ ਤਿੰਨੋਂ ਇਨਕਰੈਕਟ ਹੈ ਜਾਂ ਮਿਨੀਮਮ 2 ਇਨਕਰੈਕਟ ਹੈ, ਮਤਲਬ ਇੱਕ ਹੀ ਕਰੈਕਟ ਹੈ ਔਰ ਉਹ ਤੁਸੀਂ ਉਹੀ ਲੱਭਣੀ ਹੈ।
and you would have the correct answer. The cabinet approved the grand celebrations to mark the 350th Shahidi Divas of Guru Tegh Bahadur Ji to be held at Anandpur Sahib. ਉਹਨਾਂ ਦੀ ਸ਼ਹੀਦੀ ਨੂੰ ਕਮਮੋਰੇਟ ਕਰਨ ਵਾਸਤੇ. It decided to create a new district by combining parts of Roopnagar and Hoshiarpur districts to be named Guru Tegh Bahadur Sahib district. This event will be jointly organized by the Punjab government and Ministry of Culture, Government of India. Now if you look closely, first statement पता है सही है ना, नवंबर विच असी मनाना है ते उसे दिन we have to the plan was to announce the 24th district of Punjab to be carved out of Ropar and Hoshiarpur district, but it would be named Anandpur Sahib district. So this statement is incorrect and Ministry of Culture da bhi koi role nahi हैगा. So this is also incorrect. So 2 and 3 are incorrect. Right. Then next question is regarding Roshan Punjab scheme. 2025 ਵਿੱਚ ਇਹ launch ਕੀਤੀ ਗਈ ਹੈ. 3 statements ਦਿੱਤੀਆਂ ਨੇ, correct ਦੱਸਣੀ ਹੈ. It aims to make Punjab the first power cut free state of India, right? Its total outlay is approximately 5,000 crore to be implemented by PSPCL. It also provides free rooftop solar panels to all the rural households. ਹੁਣ ਇਹਦੇ ਵਿੱਚ ਤੁਸੀਂ correct ਦੱਸਣਾ ਹੈ. So 2 statements are minimum correct या ਤਿੰਨੋਂ ਦੀਆਂ ਤਿੰਨੋਂ correct ਨੇ. So the correct answer is 1 and 2. Third statement क्यों incorrect है? क्योंकि rooftop solar ਦੀ ਗੱਲ ਨਹੀਂ ਹੈ. ਪੰਜਾਬ ਨੂੰ ਨਾ first power cut free state of India ਬਣਾਉਣਾ ਇੱਕ ਵੱਡੀ ਗੱਲ ਹੈ. ਉਹਦੇ ਲਈ outlay ਵੀ ਬਹੁਤ ਅੱਛਾ ਹੈ, 5,000 crore. ਇਹਦੀ ਖਾਸੀਅਤ ਵੀ ਹੈ. ਬਟ ਇਹ ਕਿਵੇਂ पावर कट फ्री स्टेट बनाएंगे, किवे इलेक्ट्रिसिटी दी 24/7 कंटिन्यूस सप्लाई इंश्योर करेंगे बाय एडिंग न्यू इंफ्रास्ट्रक्चर एंड अपग्रेडिंग द प्रीवियस वन, बट इट हैज नथिंग टू डू विद सोलर पैनल्स, राइट. Then fourth question is regarding the health insurance schemes in Punjab. So ਇਹਦੇ ਵਿੱਚ ਨਾ 3 statements ਨੇ, again you have to tell which are correct. पहली, Mukhyamantri Sehat Yojana is a universal health insurance scheme covering all residents of Punjab without any eligibility criteria. It is jointly funded by central and state government in 60-40 ratio, मतलब 60% central and 40 state. It provides health coverage of 5 lakh per family per year, similar to ABMMSPY. ਹੁਣ ਤੁਸੀਂ ਮੈਨੂੰ ਦੱਸੋ ABMMSPY ਕੀ ਹੈ? And that will solve a lot of questions. ਹੁਣ ਇਹਦੇ ਵਿੱਚ ਨਾ how many ਪੁੱਛਿਆ ਗਿਆ ਹੈ, ਕਿਹੜੀਆਂ ਨਹੀਂ ਕਿੰਨੀਆਂ. ਸੋ ਆਪਣਾ ਆਨਸਰ ਮਾਰਕ ਕਰੋ. The correct answer here is only 1. ਕਿਉਂਕਿ ਜਿਹੜੀ ਪਹਿਲੀ ਸਟੇਟਮੈਂਟ ਉਹ ਸਹੀ ਹੈ. ਮੁੱਖ ਮੰਤਰੀ ਸਿਹਤ ਯੋਜਨਾ ਨਾ ਯੂਨੀਵਰਸਲ ਕਵਰੇਜ ਹੈ. ਇਫ ਯੂ ਆਰ ਅ ਰੈਜ਼ੀਡੈਂਟ ਆਫ ਪੰਜਾਬ ਤੇ ਤੁਹਾਡੀ ਕਾਸਟ, ਤੁਹਾਡਾ ਫਾਈਨੈਂਸ਼ੀਅਲ ਸਟੇਟਸ, ਨਥਿੰਗ ਮੈਟਰਸ, ਤੁਹਾਨੂੰ 10 ਲੱਖ ਦਾ ਬੀਮਾ ਮਿਲੇਗਾ, ਰਾਈਟ. ਸੋ ਦੈਟ ਇਜ਼ ਕਰੈਕਟ. सेकेंड स्टेटमेंट क्यों इनकरेक्ट है? क्योंकि जी मुख्यमंत्री सेहत योजना है कंप्लीटली फंडेड बाय 100% फंडेड बाय द पंजाब गवर्नमेंट, सो दैट इज इनकरेक्ट, राइट. तीजी स्टेटमेंट भी इसलिए इनकरेक्ट है क्योंकि मुख्यमंत्री सेहत योजना का जो हेल्थ कवरेज है वो 10 लाख रुपीज़ है, जो 5 लाख रुपया वो आप गल कर रहे हैं आयुष्मान भारत मुख्यमंत्री सेहत बीमा योजना. देखो 2 हेल्थ इंश्योरेंस स्कीम्स ने, मुख्यमंत्री सेहत योजना एंड आयुष्मान भारत मुख्यमंत्री सेहत बीमा योजना. जी मुख्यमंत्री सेहत योजना है 10 लाख का कवरेज है एंड कंप्लीटली फंडेड बाय द पंजाब गवर्नमेंट. मुख्यमंत्री सेहत बीमा योजना विच जी फंडिंग है वो सेंट्रल ते स्टेट गवर्नमेंट दोनों की है, तो उसका जो कवरेज है वो 5 लाख रुपीज़ पर फैमिली है पर ईयर. So that is why these 2 statements are incorrect. First is only correct, right? Okay. Then last question is a PYQ. It's a PYQ from the year 2018 Punjab PCS ਦਾ, but ਮੈਨੂੰ ਲੱਗਦਾ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਹੜੇ ਪੰਜਾਬੀ ਰਾਈਟਰਸ ਨੂੰ ਗਿਆਨਪੀਠ ਅਵਾਰਡ ਮਿਲਿਆ ਹੈ. ਹੁਣ ਇਹਦੇ ਬਾਰੇ ਦੱਸਣਾ, ਠੀਕ ਹੈ. ਜੇ ਨਹੀਂ ਪਤਾ ਤਾਂ ਟੇਕ ਇਟ ਐਜ਼ ਅ ਲਰਨਿੰਗ ਕਿ ਤੁਸੀਂ 3 ਸਾਲਾਂ ਦੇ PYQs ਪੜ੍ਹਨੇ ਨੇ, ਰਿਵਾਈਜ਼ ਕਰਨੇ ਨੇ. गुरदयाल सिंह, अमृता प्रीतम, सुरजीत पत्तर, जसवंत कंवल. अपना आंसर मार्क करो. ये तो फैक्चुअल क्वेश्चन है. 1 and 2 ਇਹਦਾ आंसर है, ठीक है. ਜਿਹੜੇ सुरजीत पत्तर जी है तो जसवंत कंवल है, दे आर वेरी फेमस नॉवेलिस्ट, पोएट्स है ना, बट दे हैव नॉट रिसीव्ड ज्ञानपीठ अवार्ड. ਇਹ ਨਹੀਂ ਮਿਲਿਆ ਇਹਨਾਂ ਨੂੰ. जबकि अमृता प्रीतम वॉज द फर्स्ट पंजाबी राइटर टू रिसीव वन इन 1981. फिर गुरदयाल सिंह जी ਨੂੰ 1999 ਵਿੱਚ ਮਿਲਿਆ.
ਐਂਡ ਲਾਸਟ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰਿਵੀਜ਼ਨ, ਰੈਪਿਡ ਰਿਵੀਜ਼ਨ ਕੋਰਸ ਇੱਕ ਬਹੁਤ ਹੀ ਵਧੀਆ ਕੋਰਸ ਹੈ। ਜੇ ਤੁਸੀਂ ਕਿਤੇ ਵੀ ਤੁਹਾਨੂੰ ਲੱਗਦਾ ਨਾ ਲੈਕਿੰਗ ਹੋਇਆ, ਆਪੇ ਰਿਵੀਜ਼ਨ ਨਹੀਂ ਕਰ ਸਕਦੇ, ਫਿਰ ਤੁਸੀਂ ਇਹ ਕੋਰਸ ਜੁਆਇਨ ਕਰ ਲਓ। ਇਹਦੇ ਵਿੱਚ ਤੁਹਾਨੂੰ 3 FLTs ਵੀ ਮਿਲਣਗੇ, 3 ਫੁੱਲ ਲੈਂਥ ਟੈਸਟ ਵੀ ਮਿਲਣਗੇ, ਜਾਂ ਫਿਰ ਟੈਸਟ ਸੀਰੀਜ਼ ਕਰੋ। ਬਟ ਇਹੀ ਦੋ ਚੀਜ਼ਾਂ ਕਰਨੀਆਂ, ਆਪਾਂ ਟੈਸਟ ਕਰਨੇ ਨੇ, ਆਪਾਂ ਰਿਵਾਈਜ਼ ਕਰਨਾ ਹੈ। That should be the strategy towards the end months, right? So that was all from my end. Thank you so much. Have a nice day.